प्यारे बच्चों, असी अज गल करांगे उस महान शख्सियत दी जिन्हां नूं जमात दे विच बैठ के पढ़ना बिल्कुल पसंद नहीं सी ते ਉਹ एक दिन भी जमात दे कमरे दे विच बैठ के नहीं पढ़े, पर फिर भी वो एक महान विद्वान, उच्च सिक्ख्या शास्त्री, चित्रकार भी रहे। भारत दा ਉਹ मान जिन्हां ने उस बुलंदियां नूं छूहिया जिस नूं छूहना कोई सौखा काम नहीं। सन 1913 दे विच ਉਹ नोबल पुरस्कार विजेता रहे। हाँ जी, मैं गल कर रही हाँ महान शख्सियत रविंद्रनाथ टैगोर जी दे बारे विच। उन्हां ने अपनियां रचनावां दे राहीं भारती संस्कृति दा प्रचार ते प्रसार किया। उन्हां ने अपनियां रचनावां दे राहीं वेदां, उपनिषद ਅਤੇ ਅਧਿਆਤਮਿਕ ਗਿਆਨ ਨੂੰ ਨਾ ਕੇਵਲ ਭਾਰਤ ਤੱਕ ਬਲਕਿ ਦੂਜੇ ਦੇਸ਼ਾਂ ਤੱਕ, ਇੰਗਲੈਂਡ, ਜਾਪਾਨ, ਜਰਮਨੀ, ਅਮਰੀਕਾ ਤੱਕ ਵੀ ਪਹੁੰਚਾਇਆ। ਉਹ ਜਿੱਥੇ ਵੀ ਰਹੇ ਉਹਨਾਂ ਨੇ ਭਾਰਤੀ ਸੰਸਕ੍ਰਿਤੀ, ਭਾਰਤੀ ਸੱਭਿਆਚਾਰ ਦਾ ਸਾਥ ਨਹੀਂ ਛੱਡਿਆ। ਉਹ ਜਿੱਥੇ ਵੀ ਰਹੇ, ਇੱਥੋਂ ਤੱਕ ਕਿ ਬੱਚਿਓ ਉਹਨਾਂ ਨੇ ਆਪਣਾ ਪਹਿਰਾਵਾ ਵੀ ਭਾਰਤੀ ਹੀ ਰੱਖਿਆ। ਅਸੀਂ ਅੱਜ जीवनी रविंद्रनाथ टैगोर, जो कि रविंदर कौर जी द्वारा लिखी गई है, ते जमात 8वीं पंजाबी पाठ पुस्तक विच दर्ज पाठ 15 है, उस बारे पढ़ांगे कि किस तरह उन्हां दा पालन पोषण होया ते किस तरह वो एक महान विद्वान बने। हुण असीं पाठ पढ़ांगे। हर स्कूल दी सवेर दी सभा विच जन गण मन गाया जाता है। ਇਹ ਸਾਡਾ ਰਾਸ਼ਟਰੀ ਗਾਨ ਹੈ। ਇਸ ਦੇ ਲੇਖਕ ਰਵਿੰਦਰਨਾਥ ਟੈਗੋਰ ਹਨ। ਟੈਗੋਰ ਕਵਿਤਾ, ਕਹਾਣੀ, ਨਾਵਲ ਅਤੇ ਨਾਟਕ ਲਿਖਦੇ ਸਨ। ਇੱਕ ਪ੍ਰਸਿੱਧ ਲੇਖਕ ਹੋਣ ਦੇ ਨਾਤੇ ਉਹਨਾਂ ਨੂੰ ਗੁਰੂਦੇਵ ਟੈਗੋਰ ਕਿਹਾ ਜਾਂਦਾ ਸੀ। ਰਵਿੰਦਰਨਾਥ ਟੈਗੋਰ ਦਾ ਜਨਮ 7 ਮਈ 1861 ਈਸਵੀ ਵਿੱਚ ਕੋਲਕਾਤਾ ਵਿਖੇ ਹੋਇਆ। ਉਹਨਾਂ ਦੇ ਮਾਤਾ-ਪਿਤਾ ਬਹੁਤ ਅਮੀਰ ਸਨ। ਟੈਗੋਰ ਦੇ ਪਿਤਾ ਦਵਿੰਦਰਨਾਥ ਇੱਕ ਵੱਡੇ ਵਪਾਰੀ ਸਨ। ਟੈਗੋਰ ਦਾ ਪਾਲਣ ਪੋਸ਼ਣ ਰਾਜਕੁਮਾਰਾਂ ਦੀ ਤਰ੍ਹਾਂ ਹੋਇਆ। ਉਹਨਾਂ ਦਾ ਘਰ ਰਾਜ ਮਹਿਲ ਵਰਗਾ ਸੀ, ਜਿਸ ਵਿੱਚ ਟੈਗੋਰ ਦਾ ਬਚਪਨ ਬੀਤਿਆ। ਟੈਗੋਰ ਦੇ 13 ਭੈਣ ਭਰਾ ਉਹਨਾਂ ਤੋਂ ਵੱਡੇ ਸਨ। ਇਸ ਮਹਿਲ ਵਰਗੇ ਘਰ ਵਿੱਚ ਉਹ ਸਾਰੇ ਰਲ ਮਿਲ ਕੇ ਖੇਡਦੇ। ਪਿਆਰੇ ਬੱਚਿਓ, ਹਰ ਰੋਜ਼ ਸਵੇਰ ਦੀ ਸਭਾ ਦੇ ਵਿੱਚ ਅਸੀਂ ਰਾਸ਼ਟਰੀ ਗਾਨ ਬੋਲਦੇ ਹਾਂ। ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਸਾਡਾ ਰਾਸ਼ਟਰੀ ਗਾਨ ਜਨ ਗਣ ਮਨ ਦਾ ਲੇਖਕ ਵੀ ਰਵਿੰਦਰਨਾਥ ਟੈਗੋਰ ਜੀ ਹੀ ਹਨ। ਪ੍ਰਸਿੱਧ ਲੇਖਕ ਹੋਣ ਕਰਕੇ ਬੱਚਿਓ ਉਹਨਾਂ ਦੇ ਨਾਮ ਦੇ ਨਾਲ ਗੁਰੂਦੇਵ ਲੱਗ ਗਿਆ। ਜਿਵੇਂ ਕਿ ਅਸੀਂ ਪੜ੍ਹਿਆ ਹੈ ਕਿ ਉਹਨਾਂ ਦਾ ਜਨਮ 7 ਮਈ 1861 ਈਸਵੀ ਨੂੰ ਕਲਕੱਤਾ ਦੇ ਵਿੱਚ ਹੋਇਆ। ਉਹਨਾਂ ਦਾ ਜਨਮ ਠਾਕੁਰ ਵੰਸ਼ ਦੇ ਵਿੱਚ ਹੋਇਆ। ਤਾਂ ਬਹੁਤ ਅਮੀਰ ਪਰਿਵਾਰ ਨਾਲ ਸੰਬੰਧਿਤ ਸਨ ਉਹ। ਉਹਨਾਂ ਦਾ ਪਾਲਣ ਪੋਸ਼ਣ ਰਾਜਕੁਮਾਰਾਂ ਦੀ ਤਰ੍ਹਾਂ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਦਵਿੰਦਰਨਾਥ ਟੈਗੋਰ ਸੀ। ਹੁਣ ਅਸੀਂ ਇਸ ਤੋਂ ਅੱਗੇ ਪੜ੍ਹਦੇ ਹਾਂ। ਰਵਿੰਦਰਨਾਥ ਟੈਗੋਰ ਨੂੰ ਜਦੋਂ ਸਕੂਲ ਪੜ੍ਹਨ ਪਾਇਆ ਗਿਆ ਤਾਂ ਸਕੂਲ ਵਿੱਚ ਉਹਨਾਂ ਦਾ ਮਨ ਨਾ ਲੱਗਿਆ। ਉਹ ਸਕੂਲ ਨਾ ਜਾਣ ਲਈ ਕੋਈ ਨਾ ਕੋਈ ਬਹਾਨਾ ਘੜ ਲੈਂਦੇ। ਇੱਕ ਦਿਨ ਉਹਨਾਂ ਨੇ ਸਕੂਲ ਨਾ ਜਾਣ ਦੀ ਵਿਉਂਤ ਬਣਾਈ। ਉਹਨਾਂ ਆਪਣੀ ਜੁੱਤੀ ਵਿੱਚ ਪਾਣੀ ਪਾ ਲਿਆ ਤੇ ਉਹ ਜੁੱਤੀ ਪੈਰਾਂ ਵਿੱਚ ਪਾਈ ਰੱਖੀ। ਉਹਨਾਂ ਨੂੰ ਬੁਖਾਰ ਹੋ ਗਿਆ। ਅਗਲੇ ਦਿਨ ਉਹ ਸਕੂਲ ਨਾ ਗਏ। ਮਾਤਾ ਪਿਤਾ ਨੇ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਘਰ ਵਿੱਚ ਹੀ ਕਰ ਦਿੱਤਾ।
ਰਵਿੰਦਰਨਾਥ ਟੈਗੋਰ ਜਦੋਂ 11 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਜੀ ਲੰਬੇ ਸੈਰ ਸਪਾਟੇ ਲਈ ਉਹਨਾਂ ਨੂੰ ਆਪਣੇ ਨਾਲ ਲੈ ਗਏ। ਉਹ ਕਈ ਤੀਰਥ ਅਸਥਾਨਾਂ ਅਤੇ ਵੇਖਣਯੋਗ ਥਾਵਾਂ 'ਤੇ ਘੁੰਮਦੇ ਹੋਏ ਪੰਜਾਬ ਵਿੱਚ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਵੀ ਗਏ। ਸ਼੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਵਾਤਾਵਰਨ ਦਾ ਉਹਨਾਂ ਦੇ ਮਨ 'ਤੇ ਬਹੁਤ ਅਸਰ ਹੋਇਆ। ਉਹ ਕਿੰਨਾ ਚਿਰ ਮੰਤਰ ਮੁਗਧ ਹੋ ਕੇ ਕੀਰਤਨ ਸੁਣਦੇ। ਉਹ ਡਲਹੌਜ਼ੀ ਵੀ ਗਏ। ਡਲਹੌਜ਼ੀ ਵਿੱਚ ਪਹਾੜੀ ਦ੍ਰਿਸ਼ਾਂ ਅਤੇ ਝਰਨਿਆਂ ਦੀ ਕਲਕਲ ਨੇ ਉਹਨਾਂ ਦਾ ਮਨ ਮੋਹ ਲਿਆ। ਵਿਭਿੰਨ ਰਮਣੀਕ ਥਾਵਾਂ ਦੀ ਸੈਰ ਕਰਦੇ ਜਦ ਉਹ ਘਰ ਪੁੱਜੇ ਤਾਂ ਉਹਨਾਂ ਨੇ ਨਿੱਕੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਇਉਂ ਟੈਗੋਰ ਨੇ ਆਪਣੀ ਸਕੂਲੀ ਵਿੱਦਿਆ ਕੁਦਰਤ ਦੇ ਅੰਗ ਸੰਗ ਰਹਿੰਦਿਆਂ ਹੀ ਪੂਰੀ ਕੀਤੀ। ਰਵਿੰਦਰਨਾਥ ਟੈਗੋਰ ਪੜ੍ਹਨ ਲਈ ਇੰਗਲੈਂਡ ਵੀ ਗਏ, ਪਰ ਛੇਤੀ ਹੀ ਉਹ ਭਾਰਤ ਪਰਤ ਆਏ। ਰਵਿੰਦਰਨਾਥ ਟੈਗੋਰ ਜੀ ਨੂੰ ਸਕੂਲ ਜਾਣਾ ਬਿਲਕੁਲ ਪਸੰਦ ਨਹੀਂ ਸੀ। ਉਹਨਾਂ ਨੂੰ ਸਕੂਲ ਜਾਣਾ ਬਹੁਤ ਔਖਾ ਲੱਗਦਾ ਸੀ ਤੇ ਕੋਈ ਨਾ ਕੋਈ ਬਹਾਨਾ ਬਣਾ ਕੇ ਉਹ ਛੁੱਟੀ ਕਰ ਹੀ ਲੈਂਦੇ ਸਨ। ਇਸ ਤਰ੍ਹਾਂ ਫਿਰ ਉਹਨਾਂ ਦੇ ਪਿਤਾ ਦਵਿੰਦਰਨਾਥ ਟੈਗੋਰ ਨੇ ਘਰ ਦੇ ਖੁੱਲੇ ਡੁੱਲੇ ਮਾਹੌਲ ਦੇ ਵਿੱਚ ਹੀ ਉਹਨਾਂ ਦੀ ਵਿੱਦਿਆ ਦਾ ਪ੍ਰਬੰਧ ਕੀਤਾ। ਰਵਿੰਦਰਨਾਥ ਟੈਗੋਰ ਦਾ ਮੰਨਣਾ ਸੀ ਕਿ ਇੱਕ ਜਮਾਤ ਦੇ ਵਿੱਚ ਬੈਠ ਕੇ ਇੱਕ ਸਖਤ ਅਨੁਸ਼ਾਸਨ ਦੇ ਰਾਹੀਂ ਬੱਚਾ ਸਿੱਖ ਨਹੀਂ ਸਕਦਾ, ਬਲਕਿ ਉਸ ਦੇ ਦਿਮਾਗੀ ਵਿਕਾਸ ਵਿੱਚ ਰੁਕਾਵਟ ਆਉਂਦੀ ਹੈ। ਉਹਨਾਂ ਨੂੰ ਸਕੂਲ ਜਾ ਕੇ ਪੜ੍ਹਨਾ ਬਿਲਕੁਲ ਵੀ ਪਸੰਦ ਨਹੀਂ ਸੀ। ਇਸ ਤਰ੍ਹਾਂ ਫਿਰ ਇੱਕ ਵਾਰ ਉਹਨਾਂ ਨੂੰ ਆਪਣੇ ਪਿਤਾ ਜੀ ਸ਼੍ਰੀ ਦਵਿੰਦਰਨਾਥ ਦੇ ਨਾਲ ਸ਼੍ਰੀ ਹਰਿਮੰਦਰ ਸਾਹਿਬ ਜਾਣ ਦਾ ਮੌਕਾ ਮਿਲਿਆ। ਉਹ ਇੱਕ ਸੰਗੀਤ ਪ੍ਰੇਮੀ ਵੀ ਸਨ। ਜਿੱਥੇ ਉਹਨਾਂ ਨੇ ਕੀਰਤਨ ਸੁਣਿਆ ਤਾਂ ਕਿੰਨਾ ਚਿਰ ਹੀ ਉਹ ਅੰਤਰ ਧਿਆਨ ਹੋ ਕੇ ਕੀਰਤਨ ਸੁਣਦੇ ਰਹੇ। ਉਸ ਤੋਂ ਬਾਅਦ ਉਹ ਡਲਹੌਜ਼ੀ ਗਏ ਤੇ ਹੋਰ ਕਈ ਪਹਾੜੀ ਸਥਾਨਾਂ ਦੀ ਯਾਤਰਾ ਕੀਤੀ। ਤਾਂ ਯਾਤਰਾ ਕਰਨ ਤੋਂ ਬਾਅਦ ਉਹਨਾਂ ਨੇ ਛੋਟੀਆਂ ਆਪਣੀ ਯਾਤਰਾ ਦੇ ਤਜਰਬਿਆਂ ਤੋਂ ਛੋਟੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ। ਇਸੇ ਤਰ੍ਹਾਂ ਹੀ ਬੱਚੋ ਕੁਦਰਤ ਦੀ ਗੋਦ ਦੇ ਵਿੱਚ ਰਹਿੰਦਿਆਂ, ਕੁਦਰਤ ਦੇ ਅੰਗ ਸੰਗ ਰਹਿੰਦਿਆਂ ਆਪਣੇ ਤਜਰਬਿਆਂ ਤੋਂ ਹਾਸਲ ਗਿਆਨ ਕਰਕੇ ਹੀ ਉਹਨਾਂ ਨੇ ਆਪਣੀ ਵਿੱਦਿਆ ਪੂਰੀ ਕੀਤੀ। ਟੈਗੋਰ ਦਾ ਵਿਆਹ 1833 ਈਸਵੀ ਵਿੱਚ ਮਿਰਾਲਨੀ ਨਾਲ ਹੋਇਆ। ਉਦੋਂ ਟੈਗੋਰ ਦੀ ਉਮਰ 22 ਸਾਲ ਸੀ। ਵਿਆਹ ਤੋਂ ਬਾਅਦ ਉਹ ਬੋਲਪੁਰ ਹੀ ਰਹਿਣ ਲੱਗੇ। ਇਸ ਖੁੱਲੇ ਡੁੱਲੇ ਵਾਤਾਵਰਣ ਵਿੱਚ ਉਹਨਾਂ ਨੇ ਅਨੇਕਾਂ ਰਚਨਾਵਾਂ ਰਚੀਆਂ। ਉਹਨਾਂ ਦੀ ਮਾਤ ਭਾਸ਼ਾ ਬੰਗਲਾ ਸੀ। ਉਹ ਬੰਗਲਾ ਭਾਸ਼ਾ ਵਿੱਚ ਹੀ ਲਿਖਦੇ ਸਨ। ਰਵਿੰਦਰਨਾਥ ਟੈਗੋਰ ਦੀਆਂ ਮਸ਼ਹੂਰ ਰਚਨਾਵਾਂ ਵਿੱਚ ਨਾਵਲ ਗੋਰਾ ਅਤੇ ਨੌਕਾ ਡੁੱਬੀ, ਨਾਟਕ ਚਿਤਰੰਗਦਾ, ਕਹਾਣੀਆਂ ਕਾਬਲੀਵਾਲਾ, ਪੋਸਟਮਾਸਟਰ ਤੇ ਹਾਰ ਜਿੱਤ ਬਹੁਤ ਹੀ ਪ੍ਰਸਿੱਧ ਹਨ। 1913 ਵਿੱਚ ਗੁਰੂ ਦੇਵ ਟੈਗੋਰ ਦੀਆਂ ਕਵਿਤਾਵਾਂ ਦੀ ਪੁਸਤਕ ਗੀਤਾਂਜਲੀ ਲਈ ਉਹਨਾਂ ਨੂੰ ਸੰਸਾਰ ਦਾ ਸਭ ਤੋਂ ਵੱਡਾ ਸਾਹਿਤਕ ਇਨਾਮ ਨੋਬਲ ਪੁਰਸਕਾਰ ਮਿਲਿਆ। ਇਹ ਇਨਾਮ ਮਿਲਣ ਪਿੱਛੋਂ ਗੁਰੂਦੇਵ ਟੈਗੋਰ ਦੁਨੀਆ ਭਰ ਵਿੱਚ ਪ੍ਰਸਿੱਧ ਹੋ ਗਏ। ਇਹ ਕਾਵਿ ਪੁਸਤਕ ਹੋਰ ਭਾਸ਼ਾਵਾਂ ਵਿੱਚ ਵੀ ਅਨੁਵਾਦ ਕੀਤੀ ਗਈ। ਰਵਿੰਦਰਨਾਥ ਟੈਗੋਰ ਵਧੀਆ ਅਧਿਆਪਕ ਵੀ ਸਨ। ਉਹ ਚਾਹੁੰਦੇ ਸਨ ਕਿ ਵਿਦਿਆਰਥੀ ਖੁੱਲੇ ਡੁੱਲੇ ਮਾਹੌਲ ਵਿੱਚ ਪੜ੍ਹਾਈ ਕਰਨ। ਇਸ ਮੰਤਵ ਦੀ ਪੂਰਤੀ ਲਈ ਗੁਰੂਦੇਵ ਟੈਗੋਰ ਨੇ ਸ਼ਾਂਤੀ ਨਿਕੇਤਨ
ਨਾਂ ਦੀ ਪਾਠਸ਼ਾਲਾ ਬਣਾਈ। ਇਸ ਪਾਠਸ਼ਾਲਾ ਵਿੱਚ ਕਮਰੇ ਨਹੀਂ ਸਨ। ਵਿਦਿਆਰਥੀ ਰੁੱਖਾਂ ਹੇਠ ਬੈਠ ਕੇ ਪੜ੍ਹਦੇ ਸਨ। ਇੱਥੇ ਸਾਹਿਤ, ਕਲਾ, ਸੰਗੀਤ, ਚਿੱਤਰਕਾਰੀ ਤੇ ਭਾਰਤੀ ਸੱਭਿਆਚਾਰ ਦੇ ਗੁਰ ਦੀ ਸਿੱਖਿਆ ਦਿੱਤੀ ਜਾਂਦੀ ਸੀ। ਸ਼ਾਂਤੀ ਨਿਕੇਤਨ ਵਿੱਚ ਵਿਦਿਆਰਥੀਆਂ ਨੂੰ ਜੀਵਨ ਜਾਂਚ ਦੇ ਗੁਰ ਸਮਝਾਏ ਜਾਂਦੇ। ਹੁਣ ਇਹ ਸੰਸਥਾ ਵਿਸ਼ਵ ਭਾਰਤੀ ਨਾਂ ਦੀ ਯੂਨੀਵਰਸਿਟੀ ਬਣ ਗਈ ਹੈ। ਇਸ ਤੋਂ ਬਾਅਦ ਉਹਨਾਂ ਦਾ ਵਿਆਹ 1833 ਈਸਵੀ ਦੇ ਵਿੱਚ ਮਿਰਾਲਨੀ ਨਾਲ ਹੋਇਆ ਅਤੇ ਬੋਲਪੁਰ ਵਿੱਚ ਰਹਿੰਦੇ ਹੋਏ ਉਹਨਾਂ ਨੂੰ ਅਨੇਕਾਂ ਰਚਨਾਵਾਂ ਲਿਖਣ ਦਾ ਮੌਕਾ ਮਿਲਿਆ। ਉਹ ਬੱਚਿਓ ਬੰਗਾਲ ਦੇ ਰਹਿਣ ਵਾਲੇ ਸਨ। ਉਹਨਾਂ ਨੇ ਬੰਗਲਾ ਭਾਸ਼ਾ ਦੇ ਵਿੱਚ, ਆਪਣੀ ਮਾਤ ਭਾਸ਼ਾ ਦੇ ਵਿੱਚ ਆਪਣੀਆਂ ਰਚਨਾਵਾਂ ਲਿਖੀਆਂ। ਉਹਨਾਂ ਦਾ ਵਿਸ਼ਵਾਸ ਸੀ ਕਿ ਬੱਚੇ ਨੂੰ ਆਪਣੀ ਮਾਤ ਭਾਸ਼ਾ ਦੇ ਨਾਲ ਲਗਾਵ ਹੋਣਾ, ਬੱਚੇ ਦਾ ਆਪਣੀ ਮਾਤ ਭਾਸ਼ਾ ਤੇ ਪਰਪੱਕ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਦੇ ਪ੍ਰਸਿੱਧ ਰਚਨਾਵਾਂ ਨਾਵਲ ਸਨ ਗੋਰਾ, ਨਾਟਕ ਚਿਤਰਾਂਗਦਾ, ਕਹਾਣੀਆਂ ਕਾਬਲੀਵਾਲਾ, ਪੋਸਟਮਾਸਟਰ, ਹਾਰ ਤੇ ਜਿੱਤ। ਇਹ ਉਹਨਾਂ ਦੀਆਂ ਰਚਨਾਵਾਂ ਸਨ। ਉਹਨਾਂ ਦੀ ਸਭ ਤੋਂ ਪ੍ਰਸਿੱਧ ਕਾਵਿ ਰਚਨਾ ਗੀਤਾਂਜਲੀ, ਜਿਸ ਦੇ ਲਈ ਉਹਨਾਂ ਨੂੰ ਸੰਸਾਰ ਦਾ ਸਭ ਤੋਂ ਵੱਡਾ ਸਾਹਿਤਿਕ ਪੁਰਸਕਾਰ ਨੋਬਲ ਪੁਰਸਕਾਰ ਪ੍ਰਾਪਤ ਹੋਇਆ। ਉਸ ਰਚਨਾ ਕਰਕੇ ਉਹਨਾਂ ਦੀ ਪ੍ਰਸਿੱਧੀ ਸੰਸਾਰ ਵਿੱਚ ਹੋ ਗਈ ਤੇ ਅੰਗਰੇਜ਼ ਸਰਕਾਰ ਵੀ ਉਸ ਸਮੇਂ, ਜਦੋਂ ਕਿ ਭਾਰਤੀਆਂ ਦੇ ਨਾਲ ਭੇਦਭਾਵ ਕੀਤਾ ਜਾਂਦਾ ਸੀ, ਸਹੀ ਵਿਹਾਰ ਨਹੀਂ ਕੀਤਾ ਜਾਂਦਾ ਸੀ, ਅੰਗਰੇਜ਼ਾਂ ਦਾ ਰਾਜ ਸੀ, ਉਸ ਸਮੇਂ ਉਹ ਕਿੰਨੇ ਮਹਾਨ ਵਿਦਵਾਨ ਹੋਣਗੇ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਸਰ ਦਾ ਖਿਤਾਬ, ਸਰ ਦੀ ਉਪਾਧੀ ਦਿੱਤੀ। ਉਪਾਧੀ ਤੋਂ ਭਾਵ ਬੱਚਿਓ ਪਦਵੀ ਦਿੱਤੀ। ਇਸ ਤਰ੍ਹਾਂ ਉਹਨਾਂ ਦੀ ਪ੍ਰਸਿੱਧੀ ਦੂਰ ਦੂਰ ਤੱਕ ਹੋ ਗਈ। ਟੈਗੋਰ ਇੱਕ ਬਹੁਤ ਵਧੀਆ ਅਧਿਆਪਕ ਵੀ ਸਨ। ਜਿਸ ਤਰ੍ਹਾਂ ਉਹਨਾਂ ਨੇ ਆਪਣੇ ਤਜਰਬਿਆਂ ਦੇ ਵਿੱਚੋਂ ਸਿੱਖਿਆ ਕਿ ਜਮਾਤ ਦੇ ਵਿੱਚ ਬੈਠ ਕੇ ਪੜ੍ਹਨਾ ਉਹਨਾਂ ਨੂੰ ਪਸੰਦ ਨਹੀਂ ਸੀ, ਇਸੇ ਤਰ੍ਹਾਂ ਹੀ ਉਹਨਾਂ ਨੇ ਆਪਣੇ ਬੱਚਿਆਂ ਦੇ ਲਈ ਵੀ ਇੱਕ ਸ਼ਾਂਤ ਥਾਂ ਤੇ ਜਾ ਕੇ, ਇੱਕ ਕੁਦਰਤ ਦੀ ਗੋਦ ਦੇ ਵਿੱਚ ਜਾ ਕੇ ਇੱਕ ਛੋਟਾ ਜਿਹਾ ਵਿਦਿਆਲਿਆ ਬਣਾਇਆ, ਜਿਸ ਦਾ ਨਾਮ ਸ਼ਾਂਤ ਹੋਣ ਕਰਕੇ ਹੀ ਸ਼ਾਂਤੀ ਨਿਕੇਤਨ ਰੱਖਿਆ ਗਿਆ, ਜਿਸ ਨੂੰ 5 ਬੱਚਿਆਂ ਨੂੰ ਲੈ ਕੇ ਸ਼ੁਰੂ ਕੀਤਾ ਗਿਆ ਸੀ ਤੇ ਅੱਜ ਉਹ ਵਿਸ਼ਵ ਭਾਰਤੀ ਯੂਨੀਵਰਸਿਟੀ ਬਣ ਗਿਆ ਹੈ ਤੇ ਜਿੱਥੇ 6000 ਤੋਂ ਵੱਧ ਬੱਚੇ ਅੱਜ ਪੜ੍ਹ ਰਹੇ ਹਨ। ਤੇ ਤੁਹਾਨੂੰ ਹੈਰਾਨੀ ਹੋਏਗੀ ਬੱਚਿਓ, ਉੱਥੇ ਅੱਜ ਵੀ ਜਮਾਤ ਦੇ ਕਮਰੇ ਨਹੀਂ ਹਨ। ਬੱਚੇ ਦਰਖਤ ਥੱਲੇ ਬੈਠ ਕੇ ਵਿੱਦਿਆ ਪ੍ਰਾਪਤ ਕਰਦੇ ਹਨ। ਉੱਥੇ ਭਾਰਤੀ ਸਾਹਿਤ, ਭਾਰਤੀ ਕਲਾ, ਭਾਰਤੀ ਸੱਭਿਆਚਾਰ, ਚਿੱਤਰਕਲਾ ਦਾ ਗਿਆਨ ਦਿੱਤਾ ਜਾਂਦਾ ਹੈ। ਵਿਦਿਆਰਥੀਆਂ ਨੂੰ ਉਹਨਾਂ ਦੀ ਜੀਵਨ ਜਾਂਚ ਦੇ ਗੁਰ ਸਿਖਾਏ ਜਾਂਦੇ ਹਨ। ਗੁਰ ਤੋਂ ਭਾਵ ਹੈ ਢੰਗ ਸਿਖਾਏ ਜਾਂਦੇ ਹਨ ਕਿ ਕਿਸ ਤਰ੍ਹਾਂ ਅਸੀਂ ਜੀਵਨ ਦੇ ਵਿੱਚੋਂ ਵਿਚਰਨਾ ਹੈ। ਅੱਜ ਵੀ ਬੱਚਿਓ ਉੱਥੇ ਕੋਈ ਸਖਤ ਨਿਯਮ, ਕੋਈ ਸਖਤ ਅਨੁਸ਼ਾਸਨ ਲਾਗੂ ਨਹੀਂ ਕੀਤੇ ਜਾਂਦੇ ਤੇ ਕਿੰਨੇ ਹੀ ਦੇਸ਼ਾਂ ਦੇ ਵਿੱਚੋਂ ਉੱਥੇ ਅੱਜ ਵੀ ਬੱਚੇ ਵਿੱਦਿਆ ਗ੍ਰਹਿਣ ਕਰ ਰਹੇ ਹਨ। ਹੁਣ ਅਸੀਂ ਅੱਗੇ ਪੜਾਂਗੇ। ਗੁਰੂਦੇਵ ਟੈਗੋਰ ਕਲਾ ਪ੍ਰੇਮੀ ਸਨ। ਉਹਨਾਂ ਨੇ ਕੁਦਰਤ ਨੂੰ ਆਪਣਾ ਸੰਗੀ ਬਣਾਇਆ। ਇਸ ਲਈ ਉਹਨਾਂ ਨੇ ਕੋਮਲ ਦਿਲਾਂ ਵਾਲੇ ਬਾਲਾਂ ਨੂੰ ਕੁਦਰਤ ਨਾਲ ਜੋੜਿਆ। ਭਾਵੇਂ ਉਹਨਾਂ ਨੇ ਸਿੱਧੇ ਰੂਪ ਵਿੱਚ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਨਹੀਂ ਲਿਆ, ਫਿਰ ਵੀ ਉਹ ਦੇਸ਼ ਆਜ਼ਾਦ ਕਰਵਾਉਣ ਪ੍ਰਤੀ ਸੋਚਦੇ ਰਹਿੰਦੇ ਸਨ। ਅੰਗਰੇਜ਼ਾਂ ਦੇ ਜ਼ੁਲਮਾਂ ਦੀ ਕਹਾਣੀ ਨੇ ਉਹਨਾਂ ਦੇ ਮਨ ਉੱਤੇ ਗਹਿਰਾ ਅਸਰ ਪਾਇਆ। ਆਜ਼ਾਦੀ ਦੀ ਲੜਾਈ ਲੜਦਿਆਂ ਜਦ ਜਲਿਆਂਵਾਲੇ ਬਾਗ, ਅੰਮ੍ਰਿਤਸਰ ਵਿੱਚ ਅਨੇਕਾਂ ਦੇਸ਼ ਪ੍ਰੇਮੀ ਅੰਗਰੇਜ਼ਾਂ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਤਾਂ ਟੈਗੋਰ ਨੇ ਰੋਸ ਵਜੋਂ ਅੰਗਰੇਜ਼ ਸਰਕਾਰ ਵੱਲੋਂ 1913 ਈਸਵੀ ਵਿੱਚ ਦਿੱਤਾ ਹੋਇਆ ਸਰ ਦਾ ਖਿਤਾਬ ਮੋੜ ਦਿੱਤਾ। ਇਸ ਗੱਲ ਤੋਂ ਉਹਨਾਂ ਦੇ ਮਨ ਵਿੱਚ ਵਿਗਸ ਰਹੇ
ਦੇਸ਼ ਪ੍ਰੇਮ ਦਾ ਪਤਾ ਚੱਲਦਾ ਹੈ। ਇਸ ਮਹਾਨ ਸਾਹਿਤਕਾਰ ਦਾ 80 ਸਾਲ ਦੀ ਉਮਰ ਭੋਗ ਕੇ 1941 ਈਸਵੀ ਵਿੱਚ ਦੇਹਾਂਤ ਹੋ ਗਿਆ। ਸਮਾਜ ਨੂੰ ਸੇਧ ਦੇਣ ਵਾਲੀਆਂ ਉਹਨਾਂ ਦੀਆਂ ਲਿਖਤਾਂ ਸਾਨੂੰ ਗੁਰੂਦੇਵ ਟੈਗੋਰ ਦੀ ਸਦਾ ਯਾਦ ਦਿਵਾਉਂਦੀਆਂ ਰਹਿਣਗੀਆਂ। ਜਿਵੇਂ ਕਿ ਟੈਗੋਰ ਜੀ ਕਲਾ ਪ੍ਰੇਮੀ ਵੀ ਸਨ ਤੇ ਹਮੇਸ਼ਾ ਹੀ ਕੁਦਰਤ ਨੂੰ ਆਪਣਾ ਸੰਗੀ ਮੰਨਿਆ, ਆਪਣਾ ਸਾਥੀ ਮੰਨਿਆ। ਉਹਨਾਂ ਦੇ ਕਹਿਣ ਅਨੁਸਾਰ ਉੱਚ ਵਿਦਿਆ ਜੋ ਅਸੀਂ ਗ੍ਰਹਿਣ ਕਰਦੇ ਹਾਂ, ਸਿਰਫ ਉਹੀ ਨਹੀਂ ਜਿਹੜੀ ਸਿਰਫ ਸਾਨੂੰ ਜਾਣਕਾਰੀ ਦੇਵੇ, ਬਲਕਿ ਕੁਦਰਤ ਦੀ ਹੋਂਦ ਦੇ ਨਾਲ ਤਾਲਮੇਲ ਪੈਦਾ ਕਰੇ, ਤਾਂ ਉਹੀ ਜਿਹੜੀ ਸਾਡੀ ਸਿੱਖਿਆ ਹੈ, ਅਸੀਂ ਕਹਿ ਸਕਦੇ ਹਾਂ ਕਿ ਉਹ ਉੱਚ ਸਿੱਖਿਆ ਹੈ। ਇਸੇ ਲਈ ਉਹਨਾਂ ਨੇ ਸ਼ਾਂਤੀ ਨਿਕੇਤਨ ਦੇ ਵਿੱਚ ਕੁਦਰਤ ਦੇ ਅੰਗ ਸੰਗ ਰਹਿੰਦਿਆਂ ਬੱਚਿਆਂ ਨੂੰ ਹਮੇਸ਼ਾ ਹੀ ਆਪਣੇ ਤਜਰਬਿਆਂ ਤੋਂ ਗਿਆਨ ਪ੍ਰਾਪਤ ਕਰਨ ਦੇ ਗੁਣ ਸਿਖਾਏ। ਜੇ ਕਿਹਾ ਜਾਵੇ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਰਵਿੰਦਰਨਾਥ ਟੈਗੋਰ ਦਾ ਕੋਈ ਯੋਗਦਾਨ ਹੈ ਜਾਂ ਨਹੀਂ, ਤਾਂ ਅਸੀਂ ਕਹਾਂਗੇ ਕਿ ਸਿੱਧੇ ਰੂਪ ਦੇ ਵਿੱਚ ਰਵਿੰਦਰਨਾਥ ਟੈਗੋਰ ਦਾ ਆਜ਼ਾਦੀ ਦੀ ਲੜਾਈ ਦੇ ਵਿੱਚ ਕੋਈ ਯੋਗਦਾਨ ਨਹੀਂ ਹੈ। ਪਰ 13 ਅਪ੍ਰੈਲ 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਹੋਏ ਕਾਂਡ, ਜਿਸ ਵਿੱਚ ਜਨਰਲ ਡਾਇਰ ਨੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਭੁੰਨ ਸੁੱਟਿਆ ਸੀ, ਤਾਂ ਉਸ ਗੱਲ ਦਾ ਰਵਿੰਦਰਨਾਥ ਟੈਗੋਰ ਤੇ ਬਹੁਤ ਗਹਿਰਾ ਪ੍ਰਭਾਵ ਪਿਆ। ਉਹਨਾਂ ਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਿਆ ਸੀ, ਤਾਂ ਉਹਨਾਂ ਨੂੰ ਜੋ ਅੰਗਰੇਜ਼ ਸਰਕਾਰ ਨੇ ਸਰ ਦਾ ਖਿਤਾਬ, ਸਰ ਦੀ ਪਦਵੀ ਦਿੱਤੀ ਸੀ, ਤਾਂ ਉਹਨਾਂ ਨੇ ਰੋਸ ਦੇ ਰੂਪ ਵਿੱਚ ਬੱਚਿਓ ਉਹ ਪਦਵੀ ਵਾਪਸ ਕਰ ਦਿੱਤੀ ਸੀ ਕਿ ਮੈਨੂੰ ਸਰ ਦਾ ਖਿਤਾਬ ਨਹੀਂ ਚਾਹੀਦਾ। ਇਸ ਤੋਂ ਪਤਾ ਚੱਲਦਾ ਹੈ ਕਿ ਉਹ ਦੇਸ਼ ਭਗਤ ਵੀ ਸਨ, ਉਹਨਾਂ ਦੇ ਵਿੱਚ ਵੀ ਦੇਸ਼ ਭਗਤੀ ਦੀ ਭਾਵਨਾ ਵਿਗਸ ਰਹੀ ਸੀ। ਉਹ ਆਪਣੇ ਦੇਸ਼ ਦੇ ਲਈ ਕੁਝ ਕਰਨਾ ਚਾਹੁੰਦੇ ਸਨ ਅਤੇ ਉਸ ਤੋਂ ਬਾਅਦ 80 ਸਾਲ ਦੀ ਉਮਰ ਦੇ ਵਿੱਚ ਉਹ ਸਮਾਜ ਨੂੰ ਸੇਧ ਦੇਣ ਵਾਲੀਆਂ ਰਚਨਾਵਾਂ ਦੇ ਕੇ ਆਪਣੀ ਸਭਿਅਤਾ ਅਤੇ ਆਪਣੀ ਸੰਸਕ੍ਰਿਤੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਹੋਏ ਇਸ ਦੁਨੀਆ ਤੋਂ ਚਲੇ ਗਏ। ਤੇ ਸਾਨੂੰ ਸਿੱਖਿਆ ਮਿਲਦੀ ਹੈ ਅੱਜ ਵੀ ਉਹਨਾਂ ਦੀਆਂ ਰਚਨਾਵਾਂ ਤੋਂ ਕਿ ਕਿਸ ਤਰ੍ਹਾਂ ਅਸੀਂ ਆਪਣੀ ਭਾਰਤੀ ਸੰਸਕ੍ਰਿਤੀ ਨੂੰ, ਅਸੀਂ ਆਪਣੇ ਸੱਭਿਆਚਾਰ ਦੀ ਸੰਭਾਲ ਕਰਨੀ ਹੈ, ਕਿਸ ਤਰ੍ਹਾਂ ਅਸੀਂ ਉਸ ਦਾ ਪ੍ਰਸਾਰ ਤੇ ਪ੍ਰਚਾਰ ਕਰਨਾ ਹੈ। ਤੇ ਇਹ ਗੱਲ ਵੀ ਇਸ ਜੀਵਨੀ ਤੋਂ ਇਹ ਵੀ ਸਿੱਖਿਆ ਮਿਲਦੀ ਹੈ ਕਿ ਹਰ ਬੱਚਾ ਅਲੱਗ ਹੁੰਦਾ ਹੈ, ਹਰ ਇੱਕ ਦਾ ਅਲੱਗ ਵਿਅਕਤੀਤਵ ਹੁੰਦਾ ਹੈ। ਤੁਹਾਡੇ ਵਿੱਚੋਂ ਵੀ ਬੱਚੇ ਹੋਣਗੇ ਜਿਹੜੇ ਕਲਾਸ ਵਿੱਚ ਬੈਠ ਕੇ ਨਹੀਂ ਪੜ੍ਹਨਾ ਚਾਹੁੰਦੇ, ਜਾਂ ਜਿਹੜੇ ਬੁੱਕ ਤੇ ਕਾਪੀ ਤੇ ਲਿਖਣ ਦੀ ਬਜਾਏ ਜਲਦੀ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਕਿਉਂਕਿ ਬੱਚਿਓ ਹਰ ਬੱਚਾ ਅਲੱਗ ਬਣਾਇਆ ਹੈ। ਪਰਮਾਤਮਾ ਨੇ ਹਰ ਬੱਚੇ ਨੂੰ ਅਲੱਗ ਬਣਾਇਆ ਹੈ ਤੇ ਹਰ ਬੱਚੇ ਦੀ ਜੋ ਯਾਦ ਸ਼ਕਤੀ ਹੈ, ਜੋ ਸਿੱਖਣ ਸ਼ਕਤੀ ਹੈ, ਉਹ ਵੱਖਰੀ ਹੈ। ਅਸੀਂ ਕਦੇ ਵੀ ਕਿਸੇ ਦੇ ਨਾਲ ਮੁਕਾਬਲਾ ਨਹੀਂ ਕਰ ਸਕਦੇ, ਪਰ ਸਾਡੀ ਸੋਚ ਸਹੀ ਹੋਣੀ ਚਾਹੀਦੀ ਹੈ, ਸਾਡੇ ਕੰਮ ਸਹੀ ਹੋਣੇ ਚਾਹੀਦੇ ਹਨ, ਜਿਹੜੇ ਸਾਨੂੰ ਸਾਡੀ ਮੰਜ਼ਿਲ ਤੱਕ ਲੈ ਕੇ ਜਾਣ, ਜਿਸ ਤਰ੍ਹਾਂ ਅਸੀਂ ਆਪਣੀ ਮੰਜ਼ਿਲ ਪ੍ਰਾਪਤ ਕਰੀਏ ਅਤੇ ਆਪਣੇ ਦੇਸ਼ ਦੀ, ਆਪਣੇ ਭਾਰਤ ਦੀ ਸੇਵਾ ਕਰੀਏ। ਹੁਣ ਅਸੀਂ ਕਰਾਂਗੇ ਇਸ ਪਾਠ ਵਿੱਚ ਦਿੱਤੇ ਅਭਿਆਸੀ ਪ੍ਰਸ਼ਨ। ਸਾਡਾ ਰਾਸ਼ਟਰੀ ਗਾਨ ਕਿਹੜਾ ਹੈ ਅਤੇ ਇਸ ਦਾ ਲੇਖਕ ਕੌਣ ਹੈ? ਜਨ ਗਣ ਮਨ ਸਾਡਾ ਰਾਸ਼ਟਰੀ ਗਾਨ ਹੈ। ਇਸ ਦੇ ਲੇਖਕ ਰਵਿੰਦਰਨਾਥ ਟੈਗੋਰ ਹਨ। ਰਵਿੰਦਰਨਾਥ ਟੈਗੋਰ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ? ਉਹਨਾਂ ਦਾ ਬਚਪਨ ਕਿਵੇਂ ਬੀਤਿਆ? ਰਵਿੰਦਰਨਾਥ ਟੈਗੋਰ ਦਾ ਜਨਮ 7 ਮਈ 1861 ਈਸਵੀ ਨੂੰ ਕੋਲਕਾਤਾ ਵਿੱਚ ਹੋਇਆ। ਉਹਨਾਂ ਦਾ ਬਚਪਨ ਰਾਜ ਮਹਿਲ ਵਿੱਚ ਰਾਜਕੁਮਾਰਾਂ ਦੀ ਤਰ੍ਹਾਂ ਬੀਤਿਆ। ਰਵਿੰਦਰਨਾਥ ਟੈਗੋਰ ਨੇ ਕਿਵੇਂ ਅਤੇ ਕਿੱਥੋਂ ਵਿੱਦਿਆ ਪ੍ਰਾਪਤ ਕੀਤੀ? ਰਵਿੰਦਰਨਾਥ ਟੈਗੋਰ ਸਕੂਲ ਨਾ ਜਾਣ ਦਾ ਬਹਾਨਾ ਬਣਾ ਲੈਂਦੇ ਸਨ ਅਤੇ ਇਸ ਕਰਕੇ ਉਹਨਾਂ ਦੇ ਮਾਤਾ-ਪਿਤਾ ਨੇ ਉਹਨਾਂ ਦੀ ਪੜ੍ਹਾਈ ਦਾ ਪ੍ਰਬੰਧ ਮਹਿਲ ਵਿੱਚ ਹੀ ਕਰ ਦਿੱਤਾ ਸੀ ਅਤੇ ਉਹਨਾਂ ਨੇ ਘਰ ਵਿੱਚ ਹੀ ਵਿੱਦਿਆ ਪ੍ਰਾਪਤ ਕੀਤੀ।
ਰਵਿੰਦਰਨਾਥ ਟੈਗੋਰ ਆਪਣੇ ਪਿਤਾ ਨਾਲ ਪੰਜਾਬ ਕਦੋਂ ਆਏ? ਇੱਥੋਂ ਦੇ ਮਾਹੌਲ ਦਾ ਉਹਨਾਂ ਦੇ ਮਨ ਤੇ ਕਿਹੋ ਜਿਹਾ ਪ੍ਰਭਾਵ ਪਿਆ? ਰਵਿੰਦਰਨਾਥ ਟੈਗੋਰ ਆਪਣੇ ਪਿਤਾ ਨਾਲ 11 ਸਾਲ ਦੀ ਉਮਰ ਵਿੱਚ ਪੰਜਾਬ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਏ। ਇੱਥੋਂ ਦੇ ਪਵਿੱਤਰ ਵਾਤਾਵਰਨ ਦਾ ਉਹਨਾਂ ਦੇ ਮਨ ਤੇ ਡੂੰਘਾ ਪ੍ਰਭਾਵ ਪਿਆ। ਟੈਗੋਰ ਨੇ ਆਪਣੀਆਂ ਰਚਨਾਵਾਂ ਕਿਹੜੀ ਭਾਸ਼ਾ ਵਿੱਚ ਲਿਖੀਆਂ? ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਦੇ ਨਾਂ ਲਿਖੋ। ਟੈਗੋਰ ਨੇ ਆਪਣੀਆਂ ਰਚਨਾਵਾਂ ਬੰਗਲਾ ਭਾਸ਼ਾ ਵਿੱਚ ਲਿਖੀਆਂ। ਉਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਗੀਤਾਂਜਲੀ, ਨਾਵਲ ਗੋਰਾ ਅਤੇ ਕਹਾਣੀ ਕਾਬਲੀਵਾਲਾ ਸਨ। ਟੈਗੋਰ ਦੀ ਸਭ ਤੋਂ ਵੱਧ ਪ੍ਰਸਿੱਧ ਰਚਨਾ ਕਿਹੜੀ ਹੈ? ਇਸ ਰਚਨਾ ਲਈ ਉਹਨਾਂ ਨੂੰ ਕਿਹੜਾ ਇਨਾਮ ਕਦੋਂ ਮਿਲਿਆ ਸੀ? ਟੈਗੋਰ ਦੀ ਸਭ ਤੋਂ ਵੱਧ ਪ੍ਰਸਿੱਧ ਰਚਨਾ ਗੀਤਾਂਜਲੀ ਹੈ। ਇਸ ਰਚਨਾ ਲਈ ਉਹਨਾਂ ਨੂੰ 1913 ਈਸਵੀ ਵਿੱਚ ਸੰਸਾਰ ਦਾ ਸਭ ਤੋਂ ਵੱਡਾ ਸਾਹਿਤਕ ਇਨਾਮ ਨੋਬਲ ਪੁਰਸਕਾਰ ਮਿਲਿਆ ਸੀ। ਸ਼ਾਂਤੀ ਨਿਕੇਤਨ ਬਾਰੇ ਤੁਸੀਂ ਕੀ ਜਾਣਦੇ ਹੋ? ਸ਼ਾਂਤੀ ਨਿਕੇਤਨ ਇੱਕ ਖੁੱਲ੍ਹੇ ਵਾਤਾਵਰਣ ਵਾਲਾ ਸਕੂਲ ਸੀ। ਇਸ ਵਿੱਚ ਸਾਹਿਤ, ਸੰਗੀਤ ਤੇ ਚਿੱਤਰਕਾਰੀ ਦੀ ਸਿੱਖਿਆ ਦਿੱਤੀ ਜਾਂਦੀ ਸੀ। ਇਹ ਸਕੂਲ ਰਵਿੰਦਰਨਾਥ ਟੈਗੋਰ ਜੀ ਦੁਆਰਾ ਸ਼ੁਰੂ ਕੀਤਾ ਗਿਆ ਸੀ। ਹੁਣ ਇਹ ਸੰਸਥਾ ਵਿਸ਼ਵ ਭਾਰਤੀ ਯੂਨੀਵਰਸਿਟੀ ਬਣ ਗਈ ਹੈ। ਜਲਿਆਂਵਾਲੇ ਬਾਗ ਦੀ ਘਟਨਾ ਦਾ ਟੈਗੋਰ ਦੇ ਮਨ ਤੇ ਕੀ ਪ੍ਰਭਾਵ ਪਿਆ? ਜਲਿਆਂਵਾਲੇ ਬਾਗ ਦੀ ਘਟਨਾ ਦਾ ਟੈਗੋਰ ਦੇ ਮਨ ਤੇ ਡੂੰਘਾ ਅਸਰ ਹੋਇਆ ਸੀ। ਅੰਗਰੇਜ਼ਾਂ ਵੱਲੋਂ ਉਹਨਾਂ ਨੂੰ ਸਰ ਦੀ ਉਪਾਧੀ ਦਿੱਤੀ ਗਈ ਸੀ। ਉਹ ਉਪਾਧੀ ਉਹਨਾਂ ਨੇ ਵਾਪਸ ਕਰ ਦਿੱਤੀ ਸੀ। ਹੁਣ ਕਰਾਂਗੇ ਅਸੀਂ ਔਖੇ ਸ਼ਬਦਾਂ ਦੇ ਅਰਥ। ਤੀਰਥ ਅਸਥਾਨ, ਪਵਿੱਤਰ ਧਰਮ ਅਸਥਾਨ ਜਿੱਥੇ ਧਾਰਮਿਕ ਭਾਵਨਾ ਨਾਲ ਲੋਕ ਪੂਜਾ, ਇਸ਼ਨਾਨ ਅਤੇ ਉਪਾਸਨਾ ਲਈ ਜਾਂਦੇ ਹਨ। ਵਾਤਾਵਰਨ, ਆਲਾ ਦੁਆਲਾ, ਚੌਗਿਰਦਾ ਜਾਂ ਮਾਹੌਲ ਵੀ ਕਹਿ ਸਕਦੇ ਹਾਂ। ਵਿਭਿੰਨ, ਵੱਖੋ ਵੱਖ, ਅੱਡੋ ਅੱਡ, ਗੁਰ, ਨਿਯਮ, ਢੰਗ ਜਾਂ ਤਰੀਕੇ, ਸੰਸਥਾ, ਸਭਾ, ਸੁਸਾਇਟੀ, ਸੰਗੀ, ਸਾਥੀ ਜਾਂ ਮੇਲੀ, ਗਹਿਰਾ, ਡੂੰਘਾ ਜਾਂ ਗੂੜਾ, ਕੋਮਲ, ਨਰਮ, ਕੂਲਾ ਜਾਂ ਨਾਜ਼ੁਕ, ਖਿਤਾਬ, ਉਪਾਧੀ ਜਾਂ ਪਦਵੀ, ਵਿਗਸ ਰਹੇ, ਵੱਧ ਫੁੱਲ ਰਹੇ, ਤਰੱਕੀ ਕਰ ਰਹੇ। ਰਵਿੰਦਰਨਾਥ ਟੈਗੋਰ ਜੀ ਦੀ ਜੀਵਨੀ ਅਸੀਂ ਪੜ੍ਹ ਚੁੱਕੇ ਹਾਂ। ਅਭਿਆਸੀ ਪ੍ਰਸ਼ਨ ਵੀ ਅਸੀਂ ਕਰ ਲਏ ਹਨ। ਹੁਣ ਅਸੀਂ ਸੰਖੇਪ ਦੇ ਵਿੱਚ ਇੱਕ ਵਾਰ ਕੁਝ ਯਾਦ ਰੱਖਣ ਗੱਲਾਂ ਫਿਰ ਦੁਬਾਰਾ ਸਾਂਝੀਆਂ ਕਰਾਂਗੇ। ਰਵਿੰਦਰਨਾਥ ਟੈਗੋਰ ਦਾ ਜਨਮ 1 ਮਈ 1861 ਨੂੰ ਕੋਲਕਾਤਾ ਵਿੱਚ ਹੋਇਆ। ਉਹਨਾਂ ਦੇ 13 ਭੈਣ ਭਰਾ ਉਹਨਾਂ ਤੋਂ ਵੱਡੇ ਸਨ। ਰਵਿੰਦਰਨਾਥ ਟੈਗੋਰ ਦੇ ਪਿਤਾ ਜੀ ਦਾ ਨਾਮ ਦਵਿੰਦਰਨਾਥ ਟੈਗੋਰ ਸੀ। ਰਵਿੰਦਰਨਾਥ ਟੈਗੋਰ ਦਾ ਸੰਬੰਧ ਕੁਦਰਤਵਾਦ ਨਾਲ ਸੀ। ਕੁਦਰਤ ਦੀ ਗੋਦ ਦੇ ਵਿੱਚ ਰਹਿੰਦਿਆਂ ਉਹਨਾਂ ਨੇ ਆਪਣੀ ਵਿੱਦਿਆ ਪੂਰੀ ਕੀਤੀ ਅਤੇ ਇੱਕ ਅਧਿਆਪਕ ਹੋਣ ਦੇ ਨਾਤੇ ਕੁਦਰਤ ਦੀ ਗੋਦ ਦੇ ਵਿੱਚ ਹੀ ਉਹਨਾਂ ਨੇ ਆਪਣੇ ਵਿਦਿਆਰਥੀਆਂ ਨੂੰ ਗਿਆਨ ਦਿੱਤਾ। ਅਤੇ ਉਹਨਾਂ ਦੀਆਂ ਰਚਨਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਨਾਵਲ ਗੋਰਾ, ਨੌਕਾ ਡੁੱਬੀ, ਕਹਾਣੀਆਂ ਕਾਬਲੀਵਾਲਾ, ਹਾਰ ਜਿੱਤ, ਪੋਸਟ ਮਾਸਟਰ ਅਤੇ ਉਹਨਾਂ ਦੀ ਸਭ ਤੋਂ ਪ੍ਰਸਿੱਧ ਰਚਨਾ ਕਾਵ ਰਚਨਾ ਗੀਤਾਂਜਲੀ, ਜਿਨ੍ਹਾਂ ਦੇ ਲਈ ਰਵਿੰਦਰਨਾਥ ਟੈਗੋਰ ਨੂੰ ਸੰਸਾਰ ਦਾ ਸਭ ਤੋਂ ਵੱਡਾ ਸਾਹਿਤਿਕ ਪੁਰਸਕਾਰ ਨੋਬਲ ਪੁਰਸਕਾਰ ਮਿਲਿਆ। ਅਤੇ 80 ਸਾਲ ਦੀ ਉਮਰ ਭੋਗ ਕੇ 1941 ਈਸਵੀ ਦੇ ਵਿੱਚ ਰਵਿੰਦਰਨਾਥ ਟੈਗੋਰ ਇਸ ਦੁਨੀਆ ਤੋਂ ਚੱਲ ਵਸੇ। ਸ਼ਾਂਤੀ ਨਿਕੇਤਨ ਉਹਨਾਂ ਨੇ ਕੁਦਰਤਵਾਦ ਦੇ ਵਿਚਾਰਧਾਰਾ ਨੂੰ ਮੁੱਖ ਰੱਖਦਿਆਂ ਹੋਇਆ ਚਲਾਇਆ ਸੀ। ਜਿਸ ਸਮੇਂ 5 ਬੱਚਿਆਂ ਨੂੰ ਲੈ ਕੇ ਉਹ ਚਲਾਇਆ ਗਿਆ
ਤੇ ਅੱਜ 6000 ਤੋਂ ਵੀ ਵੱਧ ਬੱਚੇ ਸ਼ਾਂਤੀ ਨਿਕੇਤਨ ਦੇ ਵਿੱਚ ਵਿਦਿਆ ਗ੍ਰਹਿਣ ਕਰਦੇ ਹਨ, ਜਿੱਥੇ ਭਾਰਤੀ ਸਾਹਿਤ, ਕਲਾ ਅਤੇ ਸੰਸਕ੍ਰਿਤੀ ਤੇ ਚਿੱਤਰਕਲਾ ਦਾ ਗਿਆਨ ਦਿੱਤਾ ਜਾਂਦਾ ਹੈ। ਤੇ ਰਵਿੰਦਰਨਾਥ ਟੈਗੋਰ ਜੀ ਦੀਆਂ ਇੱਕ ਵਿਚਾਰਧਾਰਾ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਪਰਮਾਤਮਾ ਬਾਹਰੀ ਅਡੰਬਰਾਂ ਨਾਲ ਪ੍ਰਾਪਤ ਨਹੀਂ ਹੁੰਦਾ, ਬਾਹਰੀ ਜਪ ਤਪ ਨਾਲ ਸਾਨੂੰ ਨਹੀਂ ਮਿਲਦਾ, ਉਹ ਸਾਡੇ ਅੰਦਰ ਬੈਠਿਆ ਹੋਇਆ ਹੈ। ਉਸ ਦਾ ਅਨੁਭਵ ਕਰਕੇ ਅਸੀਂ ਹਰ ਸਮੇਂ ਪ੍ਰਸੰਨ ਰਹਿ ਸਕਦੇ ਹਾਂ। ਉਹਨਾਂ ਦੀ ਇਸ ਵਿਚਾਰਧਾਰਾ ਤੋਂ ਸਾਨੂੰ ਇਹ ਪਤਾ ਚੱਲਿਆ ਹੈ ਕਿ ਪਰਮਾਤਮਾ ਸਾਡੇ ਅੰਦਰ ਹੈ, ਤਾਂ ਉਸ ਨੂੰ ਅਸੀਂ ਮਹਿਸੂਸ ਕਰਨਾ ਹੈ। ਮਹਿਸੂਸ ਕਰਕੇ, ਆਪਣੇ ਅੰਗ ਸੰਗ ਮਹਿਸੂਸ ਕਰਕੇ ਅਸੀਂ ਆਨੰਦ ਪ੍ਰਾਪਤ ਕਰ ਸਕਦੇ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਇਹ ਜੀਵਨੀ ਤੁਹਾਨੂੰ ਬਹੁਤ ਵਧੀਆ ਲੱਗੀ ਹੋਏਗੀ ਤੇ ਇਸ ਜੀਵਨੀ ਨੇ ਕਿਤੇ ਨਾ ਕਿਤੇ ਤੁਹਾਡੇ ਜੀਵਨ ਨੂੰ ਜ਼ਰੂਰ ਸੇਧ ਦਿੱਤੀ ਹੋਏਗੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।